ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬਰਨ ਕਾਰਮਾਨ। ਖਬਰਾਂ ਦੀ ਬ੍ਰਿਟੇਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟੇਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਤੇ ਪਹਿਲਾਂ ਚੁਣਵੀਆਂ ਖਬਰਾਂ। ਕੈਨੇਡਾ ਦੇ ਵਰਕ ਪਰਮਿਟ ਦੀਆਂ ਅਰਜ਼ੀਆਂ ਦਾ ਨਿਪਟਾਰਾ ਤੇਜ਼। ਅਮਰੀਕਾ ਨੇ ਮਲੇਸ਼ੀਆ ਸਮੇਤ 4 ਦੇਸ਼ਾਂ ਨੂੰ ਉੱਚ ਜੋਖਮ ਵਾਲੇ ਸੈਰ ਸਪਾਟਾ ਸਥਾਨਾਂ ਦੀ ਸੂਚੀ ਵਿੱਚ ਕੀਤਾ ਸ਼ਾਮਲ। ਕੈਨੇਡਾ ਪ੍ਰਸ਼ਾਸਨ ਕਰ ਰਿਹਾ ਹੈ ਪਾਕਿਸਤਾਨੀ ਵੀਜ਼ਾ ਅਰਜ਼ੀਆਂ ਨੂੰ ਖਾਰਜ। ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਦੇ ਖਿਲਾਫ ਜੰਗ ਦਾ ਕੀਤਾ ਐਲਾਨ। ਯੂਕਰੇਨ ਤੇ ਰੂਸ ਦਾ ਹਮਲਾ, ਬਾਈਡਨ ਅਤੇ ਟਰੂਡੋ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ। ਬਾਈਡਨ ਨੇ ਕਿਹਾ ਪੁਤਿਨ ਖੁਦ ਨੂੰ ਨਾ ਮੰਨਣ ਭਗਵਾਨ। ਸਿੱਖ ਜਥੇਬੰਦੀਆਂ ਨੇ ਟੈਕਸਾਸ ਸੂਬੇ ਵਿੱਚ ਸਿੱਖ ਨਸਲਖੁਸ਼ੀ ਖਿਲਾਫ ਮਤਾ ਪਾਸ ਕਰਨ ਦੀ ਅਮਰੀਕੀ ਆਗੂਆਂ ਨੂੰ ਕੀਤੀ ਅਪੀਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਚਿੱਠੀ ਰਾਹੀਂ ਮਿਲੀਆਂ ਹਦਾਇਤਾਂ ਅਨੁਸਾਰ $85 ਮਿਲੀਅਨ ਦੇ ਨਿਵੇਸ਼ ਨਾਲ ਇਮੀਗ੍ਰੇਸ਼ਨ ਸਿਸਟਮ ਵਿੱਚ ਸੁਧਾਰ ਕੀਤੇ ਜਾ ਰਹੇ ਨੇ, ਜਿਸ ਤਹਿਤ ਨਿਕਟ ਭਵਿੱਖ ਵਿੱਚ ਅਰਜ਼ੀਆਂ ਦਾ ਨਿਪਟਾਰਾ ਤੇਜ਼ੀ ਨਾਲ ਕਰਨ ਵਿੱਚ ਮਦਦ ਮਿਲੇਗੀ। ਉਹਨਾਂ ਨੇ ਕਿਹਾ ਕਿ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰਨ ਵਾਲੇ ਵਿਦੇਸ਼ੀ ਕਾਮਿਆਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਸਾਮਬੱਧ ਤਰੀਕੇ ਨਾਲ ਕਰਨਾ ਜ਼ਰੂਰੀ ਹੈ ਤਾਂ ਕਿ ਕੈਨੇਡਾ ਦੀ ਰੁਜ਼ਗਾਰ ਮਾਰਕੀਟ ਨੂੰ ਲੋੜੀਂਦੇ ਕਾਮੇ ਮਿਲ ਸਕਣ ਅਤੇ ਦੇਸ਼ ਦੀ ਆਰਥਿਕਤਾ ਨੂੰ ਫਾਇਦਾ ਹੋਵੇ। ਨਿਯਮਾਂ ਅਨੁਸਾਰ ਕੈਨੇਡਾ ਵਿੱਚ ਪੁੱਜੇ ਹੋਏ ਵਿਦੇਸ਼ੀਆਂ ਦੇ ਵਰਕ ਪਰਮਿਟ ਦੀ ਅਰਜ਼ੀ ਦਾ ਫੈਸਲਾ 2 ਮਹੀਨਿਆਂ ਵਿੱਚ ਹੋ ਜਾਣਾ ਚਾਹੀਦਾ ਹੈ ਅਤੇ ਵਿਦੇਸ਼ਾਂ ਤੋਂ ਵਰਕ ਪਰਮਿਟ ਅਪਲਾਈ ਕਰਨ ਵਾਲੇ ਕਾਮਿਆਂ ਦੀਆਂ ਅਰਜ਼ੀਆਂ ਨੂੰ 4 ਮਹੀਨਿਆਂ ਤੋਂ ਵੱਧ ਦਾ ਸਮਾਂ ਨਹੀਂ ਲੱਗਣਾ ਚਾਹੀਦਾ। ਅੰਕੜਿਆਂ ਅਨੁਸਾਰ ਵਿਦੇਸ਼ੀ ਕਾਮਿਆਂ ਦੀ ਕੈਨੇਡਾ ਵਿੱਚ ਦਿਲਚਸਪੀ ਵਧ ਰਹੀ ਹੈ। ਬੀਤੇ ਸਾਲ 4,20,000 ਤੋਂ ਵੱਧ ਲੋਕਾਂ ਨੇ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕੀਤਾ ਸੀ, ਜਦਕਿ 2019 ਵਿੱਚ ਇਹ ਗਿਣਤੀ 4,05,000 ਦੇ ਕਰੀਬ ਸੀ। 2020 ਵਿੱਚ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਦੇਸ਼ ਤੇ ਵਿਦੇਸ਼ਾਂ ਤੋਂ ਮਿਲਦੀਆਂ 87% ਅਰਜ਼ੀਆਂ ਦਾ ਨਿਪਟਾਰਾ ਨਿਰਧਾਰਤ ਸਮੇਂ ਵਿੱਚ ਕਰ ਦਿੱਤਾ ਜਾਂਦਾ ਸੀ, ਪਰ ਮਹਾਮਾਰੀ ਦੌਰਾਨ ਕੰਮਕਾਜ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਹੋਣ ਕਰਕੇ ਨਿਪਟਾਰਾ ਕਰਨ ਵਿੱਚ ਖੜੌਤ ਆਈ। ਸਕਿਲਡ ਵਰਕਰਸ ਕੈਟਾਗਰੀ ਵਿੱਚ ਵੀ ਇਸ ਸਮੇਂ ਐਕਸਪ੍ਰੈਸ ਐਂਟਰੀ ਦੇ 2,10,000 ਤੋਂ ਵੱਧ ਪ੍ਰੋਫਾਈਲ ਬਣੇ ਹੋਏ ਨੇ ਅਤੇ ਉਹਨਾਂ ਲੋਕਾਂ ਨੂੰ ਡਰਾ ਨਿਕਲਣ ਤੋਂ ਬਾਅਦ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਸੱਦਾ ਮਿਲਣ ਦੀ ਉਡੀਕ ਹੈ। ਮੰਤਰੀ ਫਰੇਜ਼ਰ ਨੇ ਇਹ ਵੀ ਕਿਹਾ ਕਿ ਵਿਆਂਦੜਾਂ ਦੇ ਕੇਸਾਂ ਦਾ ਫੈਸਲਾ ਅਰਜ਼ੀ ਮਿਲਣ ਤੋਂ ਬਾਅਦ 1 ਸਾਲ ਦੇ ਸਮੇਂ ਅੰਦਰ ਕਰਨ ਦਾ ਟੀਚਾ ਹੈ ਅਤੇ ਉਹਨਾਂ ਦੇ ਮਹਿਕਮੇ ਦੇ ਅਧਿਕਾਰੀ ਨਿਰਧਾਰਤ ਸਮੇਂ ਵਿੱਚ ਅਰਜ਼ੀਆਂ ਦਾ ਫੈਸਲਾ ਕਰਨ ਨੂੰ ਪਹਿਲ ਦੇ ਰਹੇ ਹਨ। ਅਮਰੀਕਾ ਨੇ ਮਲੇਸ਼ੀਆ ਸਮੇਤ 4 ਏਸ਼ੀਆਈ ਦੇਸ਼ਾਂ ਨੂੰ ਯਾਤਰਾ ਲਈ ਸਭ ਤੋਂ ਵੱਧ ਜੋਖਮ ਵਾਲੇ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ। ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਮੰਗਲਵਾਰ ਨੂੰ ਭੂਟਾਨ, ਬਰੂਨੇਈ, ਈਰਾਨ ਅਤੇ ਮਲੇਸ਼ੀਆ ਨੂੰ ਚੌਥੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ। ਸੀਡੀਸੀ ਕਿਸੇ ਸਥਾਨ ਨੂੰ ਸ਼੍ਰੇਣੀ ਚੌਥੇ ਵਜੋਂ ਉਦੋਂ ਸੂਚੀਬੱਧ ਕਰਦਾ ਹੈ ਜਦੋਂ ਉੱਥੇ ਪਿਛਲੇ 28 ਦਿਨਾਂ ਵਿੱਚ ਪ੍ਰਤੀ 1 ਲੱਖ ਆਬਾਦੀ ਤੇ 500 ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਜਾਂਦੇ ਨੇ। ਰਿਪੋਰਟ ਦੇ ਅਨੁਸਾਰ ਵਰਤਮਾਨ ਵਿੱਚ ਸੀਡੀਸੀ ਦੀ ਚੌਟੀ ਦੀ ਸ਼੍ਰੇਣੀ ਵਿੱਚ 140 ਦੇਸ਼ਾਂ ਦੇ ਨਾਮ ਨੇ ਜੋ ਦੁਨੀਆ ਭਰ ਵਿੱਚ ਓਮਿਕਰੌਨ ਦੇ ਤੇਜ਼ੀ ਨਾਲ ਫੈਲਣ ਨੂੰ ਦਰਸਾਉਂਦਾ ਹੈ। ਜਨਵਰੀ ਦੀ ਸ਼ੁਰੂਆਤ ਵਿੱਚ ਇਸ ਸੂਚੀ 'ਚ ਸਿਰਫ 80 ਦੇਸ਼ ਸਨ। ਪਿਛਲੇ ਹਫ਼ਤੇ ਦੱਖਣੀ ਕੋਰੀਆ ਤੇ ਫ੍ਰੈਂਚ ਪੋਲੀਨੇਸ਼ੀਆ ਨੂੰ ਚੌਥੇ ਦਰਜੇ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। CNN ਦੇ ਅਨੁਸਾਰ ਮੈਕਸੀਕੋ, ਕੈਨੇਡਾ, ਫਰਾਂਸ, ਪੇਰੂ, ਸਿੰਗਾਪੁਰ ਅਤੇ ਸਪੇਨ ਨੂੰ ਵੀ ਲੰਬੇ ਸਮੇਂ ਤੋਂ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ। ਬ੍ਰਿਟੇਨ ਜੁਲਾਈ 2021 ਤੋਂ ਇਸ ਸੂਚੀ ਵਿੱਚ ਮੌਜੂਦ ਹੈ। ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਅਮਰੀਕਾ ਰੂਸੀ ਬੈਂਕਾਂ ਅਤੇ ਕੁਲੀਨ ਵਰਗ ਦੇ ਖਿਲਾਫ ਸਖਤ ਵਿੱਤੀ ਪਾਬੰਦੀਆਂ ਦਾ ਆਦੇਸ਼ ਦੇ ਰਿਹਾ ਹੈ। ਪਾਕਿਸਤਾਨੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਕੈਨੇਡਾ ਪ੍ਰਸ਼ਾਸਨ ਰੱਦ ਕਰਨ ਜਾ ਰਿਹਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਵਿਦਿਅਕ ਪਿੱਠਭੂਮੀ ਕੈਨੇਡਾ ਵਿੱਚ ਉਹਨਾਂ ਦਾ ਜ਼ਿਆਦਾ ਪ੍ਰਵਾਸ, ਨਜਾਇਜ਼ ਇਮੀਗ੍ਰੇਸ਼ਨ ਤੇ ਧਾਂਦਲੀ ਵੀਜ਼ਾ ਰੱਦ ਹੋਣ ਦੇ ਕਾਰਨਾਂ 'ਚ ਸ਼ਾਮਲ ਹੈ। ਪਾਕਿਸਤਾਨ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ 60 ਲੱਖ ਇਮੀਗ੍ਰੈਂਟ ਰਹਿੰਦੇ ਨੇ। ਇਹ ਕੁੱਲ ਆਬਾਦੀ ਦਾ 3% ਹੈ। ਕੈਨੇਡਾ 'ਚ ਨਜਾਇਜ਼ ਇਮੀਗ੍ਰੇਸ਼ਨ ਦੇ ਬਿਨੇਕਾਰਾਂ ਦੀ ਵੱਡੀ ਗਿਣਤੀ 'ਚ ਪੈਂਡਿੰਗ ਮਾਮਲੇ ਨੇ। ਕੈਨੇਡਾ ਤੋਂ ਫਰਜ਼ੀ ਵੀਜ਼ਾ ਲੈ ਕੇ ਆਉਣ ਕਾਰਨ ਕਈ ਪਾਕਿਸਤਾਨੀ ਨਾਗਰਿਕਾਂ ਨੂੰ 2018 'ਚ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਨਾਗਰਿਕਾਂ ਨੇ ਕੈਨੇਡਾ 'ਚ ਜ਼ਿਆਦਾਤਰ ਗੈਰ ਕਾਨੂੰਨੀ ਸਰਗਰਮੀਆਂ ਕੀਤੀਆਂ ਨੇ। 2018 ਦੀ ਇੱਕ ਘਟਨਾ ਵਿੱਚ ਵਾਜ਼ਿਦ ਅਲੀ ਨਾਂ ਦੇ ਇੱਕ ਸਾਬਕਾ ਰਾਜਨਾਇਕ ਅਤੇ ਇੱਕ ਹੋਰ ਪਾਕਿਸਤਾਨੀ ਨੇ ਮਿਲ ਕੇ ਕੈਨੇਡਾ ਦੇ $11 ਕਰੋੜ ਦਾ ਘਪਲਾ ਕੀਤਾ ਸੀ। ਕੁਝ ਪਾਕਿਸਤਾਨੀ ਨਾਗਰਿਕਾਂ ਨੂੰ ਕੈਨੇਡਾ ਦੇ ਫਰਜ਼ੀ ਵੀਜ਼ਾ ਤੇ ਯਾਤਰਾ ਕਰਨ ਲਈ ਵੀ ਗ੍ਰਿਫਤਾਰ ਕੀਤਾ ਗਿਆ ਸੀ। ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ। ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਨਾਟੋ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਯੂਕਰੇਨ ਦਾ ਸਾਥ ਦਿੱਤਾ ਤਾਂ ਨਤੀਜੇ ਭੁਗਤਣੇ ਹੋਣਗੇ। ਹਾਲਾਂਕਿ ਪੁਤਿਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਦਾ ਯੂਕਰੇਨ ਤੇ ਕਬਜ਼ਾ ਕਰਨ ਦਾ ਕੋਈ ਵੀ ਇਰਾਦਾ ਨਹੀਂ ਹੈ। ਰੂਸ ਦੇ ਰਾਸ਼ਟਰਪਤੀ ਦਾ ਕਹਿਣਾ ਹੈ
ਕਿ ਯੂਕਰੇਨ ਸੈਨਾ ਹਥਿਆਰ ਛੱਡ ਕੇ ਵਾਪਸ ਚਲੀ ਜਾਵੇ। ਇਸ ਬਿਆਨ ਦੇ ਤੁਰੰਤ ਬਾਅਦ ਹੀ ਯੂਕਰੇਨ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ ਅਤੇ ਰਾਜਧਾਨੀ ਕੀਵ ਵਿੱਚ ਵੱਡੇ ਧਮਾਕਿਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਰਿਪੋਰਟ ਮੁਤਾਬਕ ਕ੍ਰਾਮਤੋਸਕ ਵਿੱਚ 2 ਧਮਾਕੇ ਸੁਣੇ ਗਏ। ਰੂਸੀ ਸਿਪਾਹੀ ਕ੍ਰੀਮੀਆ ਦੇ ਰਸਤੇ ਯੂਕਰੇਨ ਵਿੱਚ ਵੜ ਰਹੇ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਤੇ ਬਿਨਾਂ ਭੜਕਾਹਟ ਦੇ ਹਮਲੇ ਕਰਨ ਦੇ ਰੂਸ ਦੇ ਇਰਾਦੇ ਦੀ ਨਿੰਦਾ ਕੀਤੀ ਹੈ। ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਅਮਰੀਕਾ ਅਤੇ ਇਸ ਦੇ ਸਹਿਯੋਗੀ ਰੂਸ ਦੀ ਜਵਾਬਦੇਹੀ ਤੈਅ ਕਰਨਗੇ। ਬਾਈਡਨ ਨੇ ਕਿਹਾ ਕਿ ਉਹਨਾਂ ਦੀ 7 ਨੇਤਾਵਾਂ ਦੇ ਸਮੂਹ ਦੀ ਬੈਠਕ ਤੋਂ ਬਾਅਦ ਵੀਰਵਾਰ ਨੂੰ ਅਮਰੀਕੀ ਲੋਕਾਂ ਨਾਲ ਗੱਲ ਕਰਨ ਦੀ ਯੋਜਨਾ ਹੈ। ਵੀਰਵਾਰ ਨੂੰ ਰੂਸ ਵਿਰੁੱਧ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਬਾਈਡਨ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਪੂਰਵ ਯੋਜਨਾਬੱਧ ਯੁੱਧ ਚੁਣਿਆ ਜਿਸ ਦਾ ਲੋਕਾਂ ਦੇ ਜੀਵਨ ਤੇ ਵਿਨਾਸ਼ਕਾਰੀ ਪ੍ਰਭਾਵ ਪਏਗਾ। ਇਸ ਹਮਲੇ ਵਿੱਚ ਹੋਏ ਜਾਨੀ ਮਾਲੀ ਨੁਕਸਾਨ ਅਤੇ ਤਬਾਹੀ ਲਈ ਸਿਰਫ ਰੂਸ ਹੀ ਜ਼ਿੰਮੇਵਾਰ ਹੋਏਗਾ। ਅਮਰੀਕਾ ਤੇ ਉਸਦੇ ਸਹਿਯੋਗੀ ਅਤੇ ਭਾਈਵਾਲ ਇਕਜੁੱਟ ਅਤੇ ਨਿਰਣਾਇਕ ਢੰਗ ਨਾਲ ਜਵਾਬ ਦੇਣਗੇ। ਦੁਨੀਆ ਰੂਸ ਦੀ ਜਵਾਬਦੇਹੀ ਤੈਅ ਕਰੇਗੀ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸੰਬੰਧੀ ਇੱਕ ਟਵੀਟ ਕਰਕੇ ਰੂਸ ਦੇ ਹਮਲੇ ਦੀ ਨਿਖੇਧੀ ਕੀਤੀ ਹੈ। ਟਰੂਡੋ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਕੈਨੇਡਾ ਯੂਕਰੇਨ ਤੇ ਰੂਸ ਦੇ ਜ਼ਬਰਦਸਤ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਇਹ ਬਿਨਾਂ ਭੜਕਾਊ ਕਾਰਵਾਈਆਂ ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਅਧੀਨ ਰੂਸ ਦੀਆਂ ਜ਼ਿੰਮੇਵਾਰੀਆਂ ਦੀ ਸਪਸ਼ਟ ਉਲੰਘਣਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਖੁਦ ਨੂੰ ਭਗਵਾਨ ਸਮਝਦੇ ਨੇ। ਇਸ ਦੌਰਾਨ ਜਾਪਾਨ ਵੀ ਰੂਸ ਅਤੇ ਯੂਕਰੇਨ ਦੇ ਵਿਵਾਦ ਵਿੱਚ ਆ ਗਿਆ। ਜਾਪਾਨ ਨੇ ਅਮਰੀਕਾ ਤੇ ਬ੍ਰਿਟੇਨ ਦੇ ਨਾਲ ਮਿਲ ਕੇ ਆਪਣੇ ਦੇਸ਼ ਵਿੱਚ ਕਈ ਰੂਸੀ ਨਾਗਰਿਕਾਂ ਦੀ ਜਾਇਦਾਦ ਨੂੰ ਸੀਲ ਕਰ ਦਿੱਤਾ। ਜੰਗ ਦੇ ਮਾਹੌਲ ਦਰਮਿਆਨ ਯੂਕਰੇਨ ਵਿੱਚ ਪੜ ਰਹੇ 240 ਭਾਰਤੀ ਵਿਦਿਆਰਥੀ ਮੰਗਲਵਾਰ ਰਾਤ ਭਾਰਤ ਪਰਤ ਆਏ। ਕੇਂਦਰ ਸਰਕਾਰ ਨੇ ਯੂਕਰੇਨ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਲਈ ਵਿਸ਼ੇਸ਼ ਜਹਾਜ਼ ਭੇਜਿਆ ਸੀ ਜੋ ਦੇਰ ਰਾਤ ਭਾਰਤ ਪੁੱਜਿਆ ਸੀ। ਰਾਜਧਾਨੀ ਨਵੀਂ ਦਿੱਲੀ ਪਹੁੰਚਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਰੂਸ ਅਤੇ ਪੂਰਬੀ ਯੂਰਪ ਵਿੱਚ ਵੱਧਦੇ ਤਣਾਅ ਕਾਰਨ ਆਪਣੇ ਦੇਸ਼ ਪਰਤ ਕੇ ਖੁਸ਼ ਨੇ। ਉਹ ਕਾਫੀ ਘਬਰਾਹਟ ਦੇ ਵਿਚਕਾਰ ਉੱਥੇ ਸਮਾਂ ਬਿਤਾ ਰਹੇ ਸਨ। ਅਮਰੀਕਾ ਦੀ ਨਿਊ ਜਰਸੀ ਸੈਨੇਟ ਵੱਲੋਂ ਨਵੰਬਰ 1984 ਵਿੱਚ ਭਾਰਤ ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਖਿਲਾਫ ਇੱਕ ਮਤਾ ਪਾਸ ਕੀਤਾ ਗਿਆ ਸੀ। ਇਸ ਮਤੇ ਨੂੰ ਮਾਨਤਾ ਦੇਣ ਤੇ ਸਿੱਖ ਜਥੇਬੰਦੀਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਹੁਣ ਸਿੱਖ ਨਸਲਕੁਸ਼ੀ ਖਿਲਾਫ ਸਿੱਖ ਜਥੇਬੰਦੀਆਂ ਨੇ ਅਮਰੀਕਾ ਭਰ ਵਿੱਚ ਮੁਹਿੰਮ ਵੱਢ ਦਿੱਤੀ ਹੈ। ਅਮਰੀਕੀ ਸਿੱਖ ਕਾਕਸ ਕਮੇਟੀ AGPC ਅਤੇ ਯੂਨਾਈਟਿਡ ਸਿੱਖਸ ਵੱਲੋਂ ਗੁਰਦੁਆਰਾ ਸਿੰਘ ਸਭਾ ਡੈਲਸ ਵਿਖੇ ਇਸ ਮਤੇ ਬਾਰੇ ਸੰਗਤਾਂ ਨੂੰ ਜਾਣਕਾਰੀ ਦੇਣ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਟੈਕਸਾਸ ਦੇ 5 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਭਾਗ ਲਿਆ। ਸਮਾਗਮ ਵਿੱਚ UK ਤੋਂ ਡਾਕਟਰ ਇਫਤਿਖਾਰ ਚੀਮਾ, ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਕਟਰ ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ ਗਿੱਲ, ਹਰਦਮ ਸਿੰਘ ਆਜ਼ਾਦ, ਜਰਨੈਲ ਸਿੰਘ, ਯੂਨਾਈਟਿਡ ਸਿੱਖਸ ਦੇ ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾਕਟਰ ਇਫਤਿਖਾਰ ਚੀਮਾ ਨੇ ਸਿੱਖ ਨਸਲਕੁਸ਼ੀ ਬਾਰੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੰਬਰ 1984 ਵਿੱਚ ਉਸ ਵਕਤ ਦੀ ਪ੍ਰਧਾਨ ਮੰਤਰੀ ਦੀ ਹੱਤਿਆ ਤੋਂ ਬਾਅਦ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ 30,000 ਦੇ ਕਰੀਬ ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਜੋ ਕਿ ਨਿੰਦਣਯੋਗ ਹੈ। ਡਾਕਟਰ ਪ੍ਰਿਤਪਾਲ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੱਖ ਨਸਲਕੁਸ਼ੀ ਖਿਲਾਫ ਅਮਰੀਕਾ ਭਰ ਵਿੱਚ ਮੁਹਿੰਮ ਚਲਾਈ ਜਾ ਰਹੀ ਅਤੇ ਵੱਖ-ਵੱਖ ਸੂਬਿਆਂ ਦੇ ਅਮਰੀਕੀ ਨੁਮਾਇੰਦਿਆਂ ਨੂੰ ਸਿੱਖ ਨਸਲਕੁਸ਼ੀ ਖਿਲਾਫ ਮਤਾ ਪਾਸ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮੌਕੇ ਡੈਲਸ ਸੂਬੇ ਦੇ 2 ਅਸੈਂਬਲੀ ਮੈਂਬਰ ਅਤੇ ਇੱਕ ਕਾਂਗਰਸ ਦੀ ਚੋਣ ਲੜ ਰਹੀ ਉਮੀਦਵਾਰ ਵੀ ਇੱਥੇ ਪਹੁੰਚੇ ਹੋਏ ਸਨ। ਸਿੱਖ ਆਗੂਆਂ ਵੱਲੋਂ ਉਹਨਾਂ ਅਮਰੀਕੀ ਆਗੂਆਂ ਨੂੰ ਟੈਕਸਾਸ ਸੂਬੇ ਵਿੱਚ ਵਿਸਾਖੀ ਮੌਕੇ ਸਿੱਖ ਨਸਲਕੁਸ਼ੀ ਖਿਲਾਫ ਮਤਾ ਪੇਸ਼ ਕਰਨ ਦੀ ਅਪੀਲ ਕੀਤੀ ਗਈ। ਉਹਨਾਂ ਆਗੂਆਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਬਾਰੇ ਜ਼ਰੂਰ ਕਾਰਵਾਈ ਕਰਨਗੇ। ਜ਼ਿਕਰਯੋਗ ਹੈ ਕਿ ਨਿਊ ਜਰਸੀ ਤੋਂ ਇਲਾਵਾ ਪੈਨਸਿਲਵੇਨੀਆ ਸੂਬੇ ਵਿੱਚ ਵੀ ਸੰਬੰਧੀ ਮਤਾ ਪਾਸ ਹੋ ਚੁੱਕਿਆ ਹੈ। ਟੈਕਸਾਸ ਦੇ ਮਸਲੇ ਤੇ ਲੰਬੇ ਸਮੇਂ ਤੋਂ ਉਲਝਦੇ ਆ ਰਹੇ ਅਮਰੀਕਾ ਤੇ ਕੈਨੇਡਾ ਵਿਚਾਲੇ ਮੁੜ ਖੜਕ ਗਈ ਹੈ। ਅਮਰੀਕਾ ਸਰਕਾਰ ਨੇ ਕੈਨੇਡਾ ਦੇ ਤਜਵੀਜ਼ਸ਼ੁਦਾ ਡਿਜੀਟਲ ਸਰਵਿਸਿਜ਼ ਟੈਕਸ ਦਾ ਤਿੱਖਾ ਵਿਰੋਧ ਕਰਦਿਆਂ ਇਸ ਨੂੰ ਲਾਗੂ ਕਰਨ ਤੋਂ ਬਾਅਦ ਆਉਣ ਦੀ ਚੇਤਾਵਨੀ ਦਿੱਤੀ ਹੈ। ਕੈਨੇਡਾ ਸਰਕਾਰ ਫੇਸਬੁੱਕ ਦੀ ਮਾਲਕੀ ਵਾਲੀ ਵੱਲੋਂ ਮੈਟਾ ਅਤੇ ਗੂਗਲ ਦੀ ਮਾਲਕੀ ਵਾਲੀ ਅਲਫਾਬੈਟ ਇਨਕਾਰਪੋਰੇਸ਼ਨ ਵਰਗੀਆਂ ਕੰਪਨੀਆਂ ਤੇ 3% ਟੈਕਸ ਲਗਾਉਣ ਦੀ ਯੋਜਨਾ ਬਣਾਈ ਹੈ ਜਿਸ ਰਾਹੀਂ ਆਉਂਦੇ 5 ਸਾਲ ਦੌਰਾਨ $3.5 ਅਰਬ ਦੀ ਕਮਾਈ ਹੋਏਗੀ। ਅਮਰੀਕਾ ਦੇ ਕਾਰੋਬਾਰੀ ਮਾਮਲਿਆਂ ਬਾਰੇ ਮੰਤਰਾਲੇ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਨੂੰ ਤਕਨੀਕੀ ਕੰਪਨੀਆਂ ਵਾਸਤੇ ਕੌਮਾਂਤਰੀ ਪੱਧਰ ਦੀ ਟੈਕਸ ਪ੍ਰਣਾਲੀ ਵੱਲੋਂ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਯੂਕਰੇਨ ਤੇ ਰੂਸ ਦੀ ਕਾਰਵਾਈ ਦੇ ਵਿਰੋਧ ਵਿੱਚ ਪਾਬੰਦੀਆਂ ਲਗਾਉਣ ਦੀ ਬਾਈਡਨ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਭਾਰਤੀ ਮੂਲ ਦੇ ਆਰਥਿਕ ਸਲਾਹਕਾਰ ਦਲੀਪ ਸਿੰਘ ਕਰ ਰਹੇ ਨੇ। ਦਲੀਪ ਸਿੰਘ ਕੌਮਾਂਤਰੀ ਅਰਥ ਸ਼ਾਸਤਰ ਲਈ ਉਪ ਕੌਮੀ ਸੁਰੱਖਿਆ ਸਲਾਹਕਾਰ ਅਤੇ ਕੌਮੀ ਆਰਥਿਕ ਪਰਿਸ਼ਦ ਦੇ ਡਿਪਟੀ ਡਾਇਰੈਕਟਰ ਨੇ।
ਬੀਤੇ ਕੁਝ ਦਿਨਾਂ 'ਚੋਂ ਵਾਈਟ ਹਾਊਸ ਦੇ ਪ੍ਰੈਸ ਰੂਮ ਵਿੱਚ ਦੂਜੀ ਵਾਰ ਨਜ਼ਰ ਆਏ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਕਿਹਾ ਕਿ ਦਲੀਪ ਸਿੰਘ ਨੂੰ ਲੋਕਾਂ ਦੀ ਮੰਗ ਤੇ ਵਾਪਸ ਲਿਆਂਦਾ ਗਿਆ ਹੈ ਕਿਉਂਕਿ ਉਹ ਬਾਈਡਨ ਸਰਕਾਰ ਦਾ ਰੂਸ ਨੀਤੀ ਤੇ ਅਹਿਮ ਭੂਮਿਕਾ ਨਿਭਾ ਰਹੇ ਨੇ। ਦਲੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਪੱਤਰਕਾਰਾਂ ਨੂੰ ਕਿਹਾ, ਯੂਕਰੇਨ ਤੇ ਰੂਸ ਦਾ ਹਮਲਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਅਸੀਂ ਜਵਾਬ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰਪਤੀ ਬਾਈਡਨ ਨੇ ਤੇਜ਼ੀ ਨਾਲ ਪ੍ਰਤੀਕਰਮ ਦਿੱਤਾ ਅਤੇ ਸਹਿਯੋਗੀ ਮੁਲਕਾਂ ਨਾਲ ਤਾਲਮੇਲ ਦਾ ਫੈਸਲਾ ਲਿਆ। ਉਂਝੇ ਫੈਸਲਾ ਲੈਣ ਵਿੱਚ ਕਈ ਮਹੀਨਿਆਂ ਤੇ ਹਫ਼ਤਿਆਂ ਦਾ ਸਮਾਂ ਲੱਗਾ। ਉਹਨਾਂ ਨੇ ਕਿਹਾ ਕਿ ਜਰਮਨੀ ਨਾਲ ਪੂਰੀ ਰਾਤ ਗੱਲਬਾਤ ਤੋਂ ਬਾਅਦ ਰੂਸ ਦੀ ਨਾਰਡ ਸਟ੍ਰੀਮ 2 ਕੁਦਰਤੀ ਗੈਸ ਪਾਈਪਲਾਈਨ ਤੇ ਰੋਕ ਲਗਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਰੂਸ ਦੇ ਕੰਟਰੋਲ ਵਾਲੀ ਇਸ ਪਾਈਪਲਾਈਨ ਵਿੱਚ 11 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਹੁਣ ਬੇਕਾਰ ਹੋ ਜਾਏਗਾ, ਜਿਸ ਦਾ ਰੂਸ ਨੂੰ ਵੀ ਨੁਕਸਾਨ ਹੈ। ਰੂਸ ਦੇ ਯੂਕਰੇਨ ਪ੍ਰਤੀ ਹਮਲਾਵਰ ਰਵੱਈਆ ਦਿਖਾਉਣ ਤੇ ਅੰਤਰਰਾਸ਼ਟਰੀ ਪੱਧਰ ਤੇ ਦੇਸ਼ਾਂ ਨੇ ਪਾਬੰਦੀਆਂ ਦਾ ਐਲਾਨ ਕੀਤਾ। ਹੁਣ ਜਾਪਾਨ ਅਤੇ ਆਸਟ੍ਰੇਲੀਆ ਨੇ ਵੀ ਪਾਬੰਦੀਆਂ ਲਗਾਏ ਜਾਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਡੋਨੇਸਟਕ ਅਤੇ ਲੁਹਾਨਸਕ ਲੋਕ ਗਣਰਾਜ ਦੀ ਆਜ਼ਾਦੀ ਨੂੰ ਮਾਨਤਾ ਦੇਣ ਲਈ ਰੂਸ ਤੇ ਪਾਬੰਦੀਆਂ ਲਗਾ ਰਿਹਾ। ਮੌਰਿਸਨ ਨੇ ABC ਨਿਊਜ਼ ਦੁਆਰਾ ਪ੍ਰਸਾਰਿਤ ਵਾਰਤਾ ਵਿੱਚ ਕਿਹਾ ਕਿ ਬਿਲਕੁਲ ਅਸਵੀਕਾਰ ਕਰਨਯੋਗ ਹੈ ਕਿ ਰੂਸ ਆਪਣੇ ਗੁਆਂਢੀ ਤੇ ਹਮਲਾ ਕਰ ਸਕਦਾ ਹੈ। ਆਸਟ੍ਰੇਲੀਆਈ ਸਰਕਾਰ ਰੂਸ ਦੁਆਰਾ ਯੂਕਰੇਨ ਖਿਲਾਫ ਹਮਲੇ ਦੇ ਜਵਾਬ ਵਿੱਚ ਤੁਰੰਤ ਰੂਸੀ ਵਿਅਕਤੀਆਂ ਤੇ ਪਾਬੰਦੀਆਂ ਲਗਾਉਣਾ ਸ਼ੁਰੂ ਕਰ ਦੇਗੀ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਰੂਸ ਅਤੇ ਯੂਕਰੇਨ ਦੇ ਦੋ ਵੱਖਵਾਦੀ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਬੰਦੀਆਂ ਦਾ ਐਲਾਨ ਕੀਤਾ, ਜਿਨ੍ਹਾਂ ਦੀ ਆਜ਼ਾਦੀ ਨੂੰ ਰੂਸ ਦੁਆਰਾ ਮਾਨਤਾ ਦਿੱਤੀ ਗਈ। ਇਸ ਦੇ ਨਾਲ ਹੀ ਉਹ ਰੂਸ ਦੇ ਕੂਟਨੀਤਿਕ ਹੱਲ ਦੇ ਰਾਹ ਤੇ ਪਰਤਣ ਲਈ ਦਬਾਅ ਬਣਾਉਣ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਵਿੱਚ ਸ਼ਾਮਲ ਹੋ ਗਿਆ। ਪ੍ਰਧਾਨ ਮੰਤਰੀ ਫੋਮੀਓ ਕੁਸ਼ੀਦਾ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਯੂਕਰੇਨ ਵਿੱਚ ਰੂਸ ਦੁਆਰਾ ਕਾਰਵਾਈਆਂ ਦੇ ਜਵਾਬ ਵਿੱਚ ਜਾਪਾਨ 'ਚ ਰੂਸੀ ਸਰਕਾਰ ਬੌਂਡ ਜਾਰੀ ਕਰਨ ਅਤੇ ਵੰਡਣ ਤੇ ਪਾਬੰਦੀ ਲਗਾਏਗੀ। ਉਹਨਾਂ ਨੇ ਕਿਹਾ ਕਿ ਜਾਪਾਨ ਯੂਕਰੇਨ ਦੇ ਦੋ ਵੱਖਵਾਦੀ ਖੇਤਰਾਂ ਨਾਲ ਸੰਬੰਧਿਤ ਲੋਕਾਂ ਨੂੰ ਵੀਜ਼ਾ ਜਾਰੀ ਕਰਨ, ਉਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਦੋਵਾਂ ਖੇਤਰਾਂ ਨਾਲ ਵਪਾਰ ਤੇ ਪਾਬੰਦੀ ਲਗਾਵੇਗਾ। ਕਿਸ਼ਦਾ ਨੇ ਯੂਕਰੇਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਉਲੰਘਣਾ ਕਰਨ ਲਈ ਰੂਸ ਦੀ ਸਖਤ ਨਿੰਦਾ ਕੀਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਦੇ ਦੋ ਖੇਤਰਾਂ ਨੂੰ ਆਜ਼ਾਦ ਰਾਜਾਂ ਵਜੋਂ ਮਾਨਤਾ ਦੇਣ ਅਤੇ ਰੂਸੀ ਫੌਜਾਂ ਨੂੰ ਪੂਰਬੀ ਯੂਕਰੇਨ ਵਿੱਚ ਭੇਜਣ ਤੋਂ ਬਾਅਦ ਰੂਸ ਖਿਲਾਫ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਟਰੂਡੋ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਬਰੀਫਿੰਗ ਵਿੱਚ ਰੂਸ ਦੀਆਂ ਸੋਮਵਾਰ ਦੀਆਂ ਕਾਰਵਾਈਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਤਹਿਤ ਰੂਸ ਦੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਦੱਸਿਆ। ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਯੂਕਰੇਨ ਵਿੱਚ ਦਾਖਲ ਹੋਣ ਦੇ ਆਦੇਸ਼ ਸਮੇਤ ਰੂਸੀ ਫੌਜੀ ਕਾਰਵਾਈਆਂ ਦੀ ਨਿੰਦਾ ਕਰਦਾ। ਇਹ ਯੂਕਰੇਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਸਪਸ਼ਟ ਉਲੰਘਣਾ ਹੈ। ਇਹ ਇੱਕ ਪ੍ਰਭੂਸੱਤਾ ਸੰਪੰਨ ਰਾਜ ਤੇ ਹਮਲਾ ਹੈ ਜੋ ਪੂਰੀ ਤਰ੍ਹਾਂ ਅਸਵੀਕਾਰ ਕਰਨਯੋਗ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਸਾਰੇ ਕੈਨੇਡੀਅਨਾਂ ਤੇ ਲੁਹਾਨਸਕ ਅਤੇ ਡੋਨੇਸਟਕ ਤੇ ਤਥਾਕਥਿਤ ਸੁਤੰਤਰ ਦੇਸ਼ਾਂ ਨਾਲ ਵਿੱਤੀ ਲੈਣ ਦੇਣ ਵਿੱਚ ਹਿੱਸਾ ਲੈਣ ਤੇ ਪਾਬੰਦੀ ਲਗਾਈ ਜਾਏਗੀ। ਕੈਨੇਡਾ ਉਹਨਾਂ ਰੂਸੀ ਸੰਸਦ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਏਗਾ ਜਿਨ੍ਹਾਂ ਨੇ ਲੁਹਾਨਸਕ ਅਤੇ ਡੋਨੇਟਸ ਅਤੇ ਦੋ ਰਾਜ ਸਮਰਥਿਤ ਰੂਸੀ ਬੈਂਕਾਂ ਨੂੰ ਮਾਨਤਾ ਦੇਣ ਲਈ ਵੋਟ ਕੀਤੀ ਸੀ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਪਾਬੰਦੀਆਂ ਤੇ ਵਾਧੂ ਫੌਜੀ ਸਹਾਇਤਾ ਦਾ ਐਲਾਨ ਕਰ ਰਹੇ ਹਾਂ ਉਹ ਪਹਿਲੇ ਕਦਮ ਨੇ ਜੋ ਕੈਨੇਡਾ ਰੂਸ ਦੇ ਬੇਲੋੜੇ ਹਮਲੇ ਨੂੰ ਰੋਕਣ ਲਈ ਚੁੱਕੇਗਾ। ਅਮਰੀਕਾ ਵਿੱਚ ਰੂਸ ਦੇ ਰਾਜਦੂਤ ਅਨਾਤੋਲੀ ਐਂਟੋਨੋਵ ਨੇ ਬੁੱਧਵਾਰ ਨੂੰ ਕਿਹਾ ਕਿ ਮਾਸਕੋ ਖਿਲਾਫ ਪਾਬੰਦੀਆਂ ਗਲੋਬਲ ਵਿੱਤੀ ਊਰਜਾ ਬਾਜ਼ਾਰ ਅਤੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣਗੀਆਂ। ਰੂਸੀ ਦੂਤਘਰ ਦੇ ਫੇਸਬੁੱਕ ਪੇਜ ਤੇ ਰਾਜਦੂਤ ਨੇ ਕਿਹਾ ਕਿ ਪਾਬੰਦੀਆਂ ਨਾਲ ਰੂਸ ਦੇ ਸੰਬੰਧ ਵਿੱਚ ਕੁਝ ਵੀ ਹੱਲ ਨਹੀਂ ਹੋਏਗਾ। ਇਹ ਕਲਪਨਾ ਕਰਨਾ ਮੁਸ਼ਕਲ ਹੈ ਕਿ ਅਮਰੀਕਾ ਵਿੱਚ ਕੋਈ ਵੀ ਪਾਬੰਦੀਆਂ ਦੇ ਖਤਰੇ ਦੇ ਤਹਿਤ ਆਪਣੀ ਵਿਦੇਸ਼ ਨੀਤੀ ਦੀ ਸਮੀਖਿਆ ਕਰਨ ਲਈ ਰੂਸ ਤੇ ਭਰੋਸਾ ਕਰ ਰਿਹਾ। ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਵੀ ਦਿਨ ਯਾਦ ਨਹੀਂ ਹੈ ਜਦੋਂ ਸਾਡਾ ਦੇਸ਼ ਪੱਛਮੀ ਦੁਨੀਆ ਦੀ ਕਿਸੇ ਵੀ ਪਾਬੰਦੀ ਦੇ ਬਿਨਾਂ ਰਿਹਾ ਹੋਵੇ। ਅਸੀਂ ਸਿੱਖਿਆ ਕਿ ਅਜਿਹੇ ਹਾਲਾਤ ਵਿੱਚ ਕਿਵੇਂ ਕੰਮ ਕਰਨਾ ਹੈ ਅਤੇ ਨਾ ਸਿਰਫ ਜ਼ਿੰਦਾ ਰਹਿਣਾ ਹੈ ਸਗੋਂ ਦੇਸ਼ ਦੇ ਵਿਕਾਸ ਵੀ ਕਰਨਾ ਹੈ। ਉਹਨਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਵਿਰੁੱਧ ਲਗਾਈਆਂ ਗਈਆਂ ਪਾਬੰਦੀਆਂ ਗਲੋਬਲ ਵਿੱਤੀ ਅਤੇ ਊਰਜਾ ਬਾਜ਼ਾਰ ਨੂੰ ਨੁਕਸਾਨ ਪਹੁੰਚਾਉਣਗੀਆਂ। ਮਾਈਕਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਨੇ ਭਾਰਤ ਦੀ ਵੈਕਸੀਨ ਬਣਾਉਣ ਦੀ ਸਮਰੱਥਾ ਦੀ ਸ਼ਲਾਘਾ ਕੀਤੀ ਹੈ ਅਤੇ ਦੁਨੀਆ ਭਰ ਵਿੱਚ ਕਿਫਾਇਤੀ ਟੀਕਿਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦੇਸ਼ ਦੇ ਟੀਕਾ ਨਿਰਮਾਤਾਵਾਂ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ ਹੈ। ਵਾਸ਼ਿੰਗਟਨ ਵਿੱਚ ਭਾਰਤੀ ਦੂਤਘਰ ਵੱਲੋਂ ਆਯੋਜਿਤ ਭਾਰਤ ਅਮਰੀਕਾ ਸਿਹਤ ਸਾਂਝੇਦਾਰੀ ਤੇ ਇੱਕ ਵਰਚੁਅਲ ਗੋਲਮੇਜ਼ ਸੰਮੇਲਨ ਵਿੱਚ ਗੇਟਸ ਨੇ ਕਿਹਾ ਕਿ ਪਿਛਲੇ 1 ਸਾਲ ਵਿੱਚ ਭਾਰਤ ਨੇ ਲਗਭਗ 100 ਦੇਸ਼ਾਂ ਨੂੰ ਕੋਵਿਡ-19 ਟੀਕਿਆਂ ਦੀ 150 ਤੋਂ ਵੱਧ ਖੁਰਾਕਾਂ ਦਿੱਤੀਆਂ। ਉਹਨਾਂ ਨੇ ਕਿਹਾ ਭਾਰਤੀ ਵੈਕਸੀਨ ਨਿਰਮਾਤਾਵਾਂ ਦਾ ਧੰਨਵਾਦ। ਦੁਨੀਆ ਦਾ ਲਗਭਗ ਹਰ ਦੇਸ਼ ਹੁਣ ਬੱਚਿਆਂ ਨੂੰ ਨਮੂਨੀਆ ਅਤੇ ਰੋਟਾ ਵਾਇਰਸ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਟੀਕਾਕਰਨ ਦੇ ਯੋਗ ਹੈ ਜੋ ਕਿ ਦਹਾਕਿਆਂ ਤੋਂ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਹਨ। ਰੂਸ
रूस ਦੀ ਸਰਕਾਰ ਸੰਚਾਲਿਤ ਸਮਾਚਾਰ ਏਜੰਸੀ ਤਾਸ ਨੇ ਬੁੱਧਵਾਰ ਨੂੰ ਕਿਹਾ ਕਿ ਮਾਸਕੋ ਨੇ ਯੂਕਰੇਨ ਸਥਿਤ ਆਪਣਾ ਦੂਤਘਰ ਖਾਲੀ ਕਰ ਦਿੱਤਾ ਹੈ। ਉੱਥੇ ਯੂਕਰੇਨ ਨੇ ਵੀ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਅਪੀਲ ਕੀਤੀ ਹੈ। ਮਾਸਕੋ ਦਾ ਕੀਵ ਵਿੱਚ ਦੂਤਘਰ ਹੈ ਅਤੇ ਖਾਰਕਿਵ, ਉਡੇਸਾ ਅਤੇ ਲਵੀਵ ਵਿੱਚ ਵਪਾਰਕ ਦੂਤਘਰ ਹੈ। ਤਾਸ ਦੀ ਖਬਰ ਵਿੱਚ ਕਿਹਾ ਗਿਆ ਹੈ ਕਿ ਰੂਸ ਨੇ ਯੂਕਰੇਨ ਵਿੱਚ ਆਪਣੇ ਡਿਪਲੋਮੈਟ ਅਦਾਰਿਆਂ ਨੂੰ ਖਾਲੀ ਕਰ ਦਿੱਤਾ। ਉੱਥੇ ਕੀਵ ਵਿੱਚ ਐਸੋਸੀਏਟਿਡ ਪ੍ਰੈਸ ਦੇ ਇੱਕ ਪੱਤਰਕਾਰ ਨੇ ਦੇਖਿਆ ਕਿ ਹੁਣ ਕੀਵ ਵਿੱਚ ਰੂਸੀ ਦੂਤਘਰ ਭਵਨ ਵਿੱਚ ਝੰਡਾ ਨਹੀਂ ਲੱਗਿਆ। ਹਫ਼ਤਿਆਂ ਤੱਕ ਸ਼ਾਂਤ ਰਹਿਣ ਦੀ ਕੋਸ਼ਿਸ਼ ਤੋਂ ਬਾਅਦ ਯੂਕਰੇਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਵੱਧਦੀ ਚਿੰਤਾ ਦਾ ਸੰਕੇਤ ਦਿੱਤਾ। ਚੋਣਾਂ ਸਿਰ ਤੇ ਦੇਖ ontario ਦੀ ਡਗ ਫੋਰਡ ਸਰਕਾਰ ਨੇ ਲੋਕ ਲਵਾਉਣੇ ਐਲਾਨ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਤਾਜ਼ਾ ਐਲਾਨ ਮੁਤਾਬਕ ਸੂਬੇ ਦੇ ਲੋਕਾਂ ਨੂੰ ਕਾਰਾਂ, ਲਾਈਟ ਡਿਊਟੀ ਟਰੱਕਾਂ, ਮੋਟਰਸਾਈਕਲਾਂ ਅਤੇ ਮੋਪੈਡਸ ਦੇ ਲਾਇਸੈਂਸ ਪਲੇਟ ਨਵਿਆਉਣ ਲਈ ਕੋਈ ਫੀਸ ਨਹੀਂ ਦੇਣੀ ਹੋਏਗੀ ਅਤੇ ਸਟicker ਲਾਉਣੇ ਵੀ ਲਾਜ਼ਮੀ ਨਹੀਂ ਹੋਣਗੇ। ਪੀਸੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਐਲਾਨ ਸਦਕਾ ontario ਦੇ ਲੋਕਾਂ ਨੂੰ ਤਕਰੀਬਨ $120 ਸਾਲਾਨਾ ਦੀ ਬਚਤ ਹੋਏਗੀ। ਰਿਚਮੰਡ ਹਿੱਲ ਵਿਖੇ ਨਵੀਂ ਰਿਆਇਤ ਦਾ ਐਲਾਨ ਕਰਨ ਮੌਕੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਮਾਰਚ 2020 ਤੋਂ ਬਾਅਦ ਲਾਇਸੈਂਸ ਪਲੇਟ ਨਵਿਆਉਣ ਦੀ ਫੀਸ ਅਦਾ ਕਰ ਚੁੱਕੇ ਲੋਕਾਂ ਨੂੰ ਉਹਨਾਂ ਦੀ ਰਕਮ ਵਾਪਸ ਮਿਲ ਜਾਏਗੀ। ਓਟਾਵਾ ਤੋਂ ਸ਼ੁਰੂ ਹੋਏ ਆਜ਼ਾਦੀ ਅੰਦੋਲਨ ਦੇ ਮੁੱਖ ਪ੍ਰਬੰਧਕਾਂ ਵਿੱਚ ਸ਼ਾਮਲ ਮਨੀ ਦਾਂਦੀ ਟਾਮਰਾ ਲਿਚ ਨੂੰ ਜੱਜ ਨੇ ਜ਼ਮਾਨਤ ਤੇ ਰਿਹਾ ਕਰਨ ਤੋਂ ਇਹ ਕਹਿ ਕੇ ਨਾ ਕਰ ਦਿੱਤੀ ਕਿ ਉਹ ਬਾਹਰ ਜਾ ਕੇ ਲੋਕਾਂ ਨੂੰ ਫਿਰ ਭੜਕਾਏਗੀ। ਉਸ ਦੀ ਅਗਲੀ ਪੇਸ਼ੀ 2 ਮਾਰਚ ਨੂੰ ਹੈ। ਫੜੇ ਗਏ ਦੂਜੇ ਆਗੂ ਪੈਟ ਕਿੰਗ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਅੱਗੇ ਪਾ ਦਿੱਤੀ ਗਈ ਹੈ। ਓਟਾਵਾ ਦੀ ਜੱਜ ਮਿਸ ਜ਼ੂਲੀ ਬਾਰਗੀਅਸ ਨੇ ਖਦਸ਼ਾ ਪ੍ਰਗਟਾਇਆ ਕਿ ਟਮਾਰਾ ਲਿਚ ਰਿਹਾ ਹੋ ਕੇ ਫਿਰ ਤੋਂ ਉਹੀ ਕਰੇਗੀ ਜਿਸ ਦੋਸ਼ ਹੇਠੋਂ ਹਿਰਾਸਤ ਵਿੱਚ ਹੈ। ਉਸ ਵਿਰੁੱਧ ਲੋਕਾਂ ਨੂੰ ਭੜਕਾ ਕੇ ਕਾਨੂੰਨ ਨਾਲ ਖਿਲਵਾੜ ਕਰਨ ਦੇ ਦੋਸ਼ ਹਨ। ਉਸ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਹੋਈ। ਜੱਜ ਨੇ ਟਿੱਪਣੀ ਕੀਤੀ ਕਿ ਉਸ ਦੇ ਜ਼ਮਾਨਤੀ ਬਾਂਡ ਭਰਨ ਦੇ ਸਰੋਤ ਸ਼ੱਕੀ ਨੇ। ਹਿਰਾਸਤ ਦੌਰਾਨ ਉਸ ਦੇ ਹੋਰ ਆਗੂਆਂ ਨਾਲ ਸੰਪਰਕ ਕਰਨ ਤੇ ਪਾਬੰਦੀ ਰਹੇਗੀ। ਗ੍ਰਿਫਤਾਰ ਦੂਜੇ ਆਗੂ ਪੈਟ ਕਿੰਗ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਮੌਕੇ ਇਸਤਕਾਸਾ ਵਕੀਲ ਨੇ ਅਦਾਲਤ ਵਿੱਚ ਉਹ ਵੀਡੀਓ ਚਲਾ ਕੇ ਵਿਖਾਈਆਂ ਜਿਸ ਵਿੱਚ ਉਹ ਭਾਈਚਾਰਕ ਨਫ਼ਰਤ ਤੇ ਵਿਤਕਰੇ ਪਾਉਣ ਵਾਲੀਆਂ ਨਾਅਰੇਬਾਜ਼ੀਆਂ ਕਰਦਾ ਹੋਇਆ ਦਿਖਾਈ ਦੇ ਰਿਹਾ। ਪੈਟ ਕਿੰਗ ਵੱਲੋਂ 2 ਵਾਰ ਅਦਾਲਤੀ ਕਾਰਵਾਈ ਵਿੱਚ ਵਿਘਨ ਪਾਉਣ ਕਾਰਨ ਉਸ ਦੇ ਵਕੀਲ ਨੇ ਉਸ ਨੂੰ ਚੁੱਪ ਰਹਿਣ ਲਈ ਆਖਿਆ। ਟਮਾਰਾ ਲਿਚ ਦੀ ਪਿਛਲੀ ਪੇਸ਼ੀ ਤੇ ਉਸ ਦੇ ਓਟਾਵਾ ਛੱਡ ਜਾਣ ਅਤੇ ਘਰ ਜਾ ਕੇ ਪਰਿਵਾਰ ਨਾਲ ਰਹਿਣ ਦੀ ਗੱਲ ਤੇ ਜੱਜ ਨੇ ਇਤਬਾਰ ਨਹੀਂ ਕੀਤਾ। ਉਹ ਅਤੇ ਪੈਟ ਕਿੰਗ ਦੋਵੇਂ ਅਲਬਰਟਾ ਵਾਸੀ ਨੇ। ਦੂਜੇ ਪਾਸੇ ਓਟਾਵਾ ਵਿੱਚ ਹੁਣ ਸ਼ਾਂਤੀ ਹੋਣ ਤੋਂ ਬਾਅਦ ਉੱਥੇ ਪੁਲਿਸ ਮੁਸਤੈਦ ਹੈ। ਪੰਜਾਬ ਦੀ ਹਰ ਦਿੱਕਤ ਅਤੇ ਸਮੱਸਿਆ ਵਿੱਚ ਵੱਧ ਚੜ੍ਹ ਕੇ ਵਿਦੇਸ਼ਾਂ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਪੰਜਾਬੀ ਐਨਆਰਆਈਜ਼ ਇਸ ਵਾਰ ਪੰਜਾਬ ਦੀਆਂ ਚੋਣਾਂ ਤੋਂ ਬਿਲਕੁਲ ਦੂਰ ਰਹੇ। ਹਾਲਾਤ ਇਹ ਨੇ ਕਿ ਪੰਜਾਬ ਵਿੱਚ 100 ਵੋਟਾਂ ਵੀ ਐਨਆਰਆਈਜ਼ ਨੇ ਨਹੀਂ ਪਾਈਆਂ ਜਦਕਿ ਇਕੱਲੇ ਅਮਰੀਕਾ ਵਿੱਚ ਪੰਜਾਬੀ ਐਨਆਰਆਈਜ਼ ਦੀ ਗਿਣਤੀ 8 ਲੱਖ ਦੇ ਕੋਲ ਹੈ। ਐਨਆਰਆਈਜ਼ ਪੰਜਾਬੀਆਂ ਵਿੱਚ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਵਿੱਤੀ ਸਹਾਇਤਾ ਦੇ ਕੇ ਵੋਟ ਪਾਉਣ ਵਿੱਚ ਮਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਸਨ। ਸਾਲ 2022 ਵਿੱਚ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਅਜਿਹੀ ਚੋਣ ਹੈ ਜਿਸ ਵਿੱਚ ਐਨਆਰਆਈਜ਼ ਨੇ ਆਪਣੀ ਹਾਜ਼ਰੀ ਦਰਜ ਨਹੀਂ ਕਰਵਾਈ ਅਤੇ ਵੋਟ ਪ੍ਰਤੀਸ਼ਤ ਵੀ ਕਾਫੀ ਘੱਟ ਰਿਹਾ। ਸਾਲ 2022 ਦੇ ਲਈ 1300 ਐਨਆਰਆਈਜ਼ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ ਪਰ 100 ਲੋਕਾਂ ਤੋਂ ਵੀ ਘੱਟ ਵੋਟ ਪਾਈ। ਦੱਸ ਦੇਈਏ ਕਿ ਕੈਨੇਡਾ, ਅਮਰੀਕਾ, ਯੂਕੇ ਤੇ ਆਸਟ੍ਰੇਲੀਆ ਵਿੱਚ ਪੰਜਾਬੀ ਐਨਆਰਆਈਜ਼ ਦੀ ਕਾਫੀ ਆਬਾਦੀ ਹੈ। ਕੈਨੇਡਾ ਵਿੱਚ ਤਾਂ ਪੰਜਾਬ ਚੋਣਾਂ ਦੌਰਾਨ ਪੂਰਾ ਜਸ਼ਨ ਦਾ ਮਾਹੌਲ ਹੁੰਦਾ ਹੈ। ਉੱਥੇ ਵੀ तमाम ਸਿਆਸੀ ਦਲ ਕੈਨੇਡਾ ਵਿੱਚ ਪ੍ਰਚਾਰ ਕਰਦੇ ਨੇ। ਬਕਾਇਦਾ ਓਵਰਸੀਜ਼ ਕਾਂਗਰਸ ਤੋਂ ਲੈ ਕੇ ਅਕਾਲੀ ਦਲ ਸਣੇ तमाम ਸਿਆਸੀ ਦਲਾਂ ਦੇ ਐਨਆਰਆਈਜ਼ ਵਿੰਗ ਬਣੇ ਹੋਏ ਨੇ। ਫਿਲਮ ਅਦਾਕਾਰ ਕੰਗਣਾ ਰਣੌਤ ਨੂੰ ਇੱਕ ਬਜ਼ੁਰਗ ਔਰਤ ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਦਰਜ ਮਾਨਹਾਨੀ ਕੇਸ ਵਿੱਚ 19 ਅਪ੍ਰੈਲ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣਾ ਹੋਏਗਾ। ਅਦਾਲਤ ਨੇ ਇਸ ਮਾਮਲੇ ਵਿੱਚ ਕੰਗਣਾ ਨੂੰ ਨੋਟਿਸ ਜਾਰੀ ਕੀਤਾ। ਕੰਗਣਾ ਦੇ ਖਿਲਾਫ ਕੇਸ ਲੜ ਰਹੇ ਵਕੀਲ ਦਾ ਕਹਿਣਾ ਹੈ ਕਿ ਜੇਕਰ ਤੈਅ ਦਿਨ ਤੇ ਅਦਾਕਾਰ ਪੇਸ਼ ਨਹੀਂ ਹੁੰਦੀ ਉਹਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਜਾ ਸਕਦਾ ਹੈ। ਕੰਗਣਾ ਦੇ ਵਕੀਲ ਨੇ ਕਿਹਾ ਕਿ ਕੇਸ ਦੀ ਸੁਣਵਾਈ 4 ਜਨਵਰੀ 2021 ਨੂੰ ਹੋਈ ਸੀ ਤੇ 13 ਮਹੀਨਿਆਂ ਬਾਅਦ ਉਹਨਾਂ ਨੂੰ ਸਮਨ ਜਾਰੀ ਕੀਤਾ ਗਿਆ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡੇ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।